ਤੁਹਾਡਾ ਦੁਬਾਰਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 42 ਹੈ ਅਤੇ ਅਸੀਂ ਦੁਬਾਰਾ ਵੈਕਟਰ ਸਪੇਸਿਸ ਬਾਰੇ ਆਪਣੀ ਚਰਚਾ ਨੂੰ ਜਾਰੀ ਰੱਖਾਂਗੇ, ਖਾਸ ਤੌਰ ਤੇ ਅੱਜ ਇੱਕ ਵੈਕਟਰ ਸਪੇਸ ਦੇ ਆਧਾਰ ਅਤੇ ਵੈਕਟਰ ਸਪੇਸ ਦੇ ਡਾਇਮੈਂਸ਼ਨ ਬਾਰੇ ਗੱਲ ਕਰਾਂਗੇ। ਇਸ ਲਈ ਪਿਛਲੇ ਲੈਕਚਰ ਨੂੰ ਯਾਦ ਕਰਨ ਲਈ ਅਸੀਂ ਵੇਖਿਆ ਹੈ ਕਿ ਇਹ ਵੈਕਟਰ ਇਹਨਾਂ ਤਿੰਨ ਵੈਕਟਰਾਂ ਦਾ ਸੈੱਟ 1 1 1 ਅਤੇ 1 1 0 1 0 0 1 0 1 ਇਹ ਚਾਰ ਵੈਕਟਰ R3 ਦਾ ਇਹ ਸਪੈਨਿੰਗ ਸੈੱਟ ਬਣਾਉਂਦੇ ਹਨ। ਇਸ ਦਾ ਮਤਲਬ ਸੀ ਕਿ ਇਸ ਵੈਕਟਰ ਸਪੇਸ ਦਾ ਕੋਈ ਵੀ ਐਲੀਮੈਂਟ 3 ਹਨ। ਅਸੀਂ ਇਹਨਾਂ ਚਾਰ ਵੈਕਟਰਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਹ ਉਹ ਹੈ ਜੋ ਅਸੀਂ ਪਿਛਲੇ ਲੈਕਚਰ ਵਿੱਚ ਇਸ ਔਗਮੈਂਟਡ ਮੈਟ੍ਰਿਕਸ ਦੀ ਮਦਦ ਨਾਲ ਦੇਖਿਆ ਹੈ, ਜੋ ਅਸੀਂ ਇਸ v1 v2 ਦੇ ਨਾਲ v3 ਦੇ ਇਕੁਅਲ ਇਸ ਲੀਨੀਅਰ ਕੰਬੀਨੇਸ਼ਨ ਤੋਂ ਬਾਹਰ ਨਿਕਲ ਸਕਦੇ ਹਾਂ ਅਤੇ ਇਸ ਔਗਮੈਂਟਡ ਮੈਟ੍ਰਿਕਸ ਤੋਂ ਜਦੋਂ ਅਸੀਂ ਇਸ ਰੋ ਐਸ਼ਲੋਨ ਫਾਰਮ ਨੂੰ ਰਿਡਿਊਸ ਕਰਦੇ ਹਾਂ ਤਾਂ ਅਸੀਂ ਹੇਠ ਲਿਖੇ ਹਨ, ਜੋ ਅਸੀਂ ਵੇਖਿਆ ਹੈ ਕਿ ਇਹ ਤਿੰਨ ਪਿਵਟਸ ਹਨ। ਕਾਲਮ 1 ਵਿੱਚ ਸਾਡੇ ਕੋਲ ਕਾਲਮ 2 ਵਿੱਚ ਵੀ ਪਿਵਟ ਹੈ, ਸਾਡੇ ਕੋਲ ਇੱਕ ਪਿਵਟ ਕਾਲਮ 3 ਵਿੱਚ ਵੀ ਇੱਕ ਪਿਵਟ ਹੈ, ਜਦੋਂ ਕਿ ਕਾਲਮ 4 ਵਿੱਚ ਇੱਕ ਪਿਵਟ ਨਹੀਂ ਹੈ ਅਤੇ ਇਸ ਨੂੰ ਅਸੀਂ ਫਰੀ ਵੇਰੀਏਬਲ ਕਹਿੰਦੇ ਹਾਂ। ਇਸ ਲਈ ਸਾਡੇ ਸੁਮੇਲ ਵਿੱਚ ਲੈਂਬਡਾ 4 ਜਦੋਂ ਅਸੀਂ ਲਿਆ ਹੈ ਇਸ ਵੈਕਟਰ ਦੇ ਨਾਲ ਲੈਂਬਡਾ 1 ਇਸ ਦਿੱਤੇ ਗਏ ਵੈਕਟਰ ਨਾਲ ਅਸੀਂ ਇੱਕ ਲੈਂਬਡਾ ਇਸ ਦਿੱਤੇ ਵੈਕਟਰ ਨੂੰ ਅਸੀਂ 2 ਇਸ ਲਈ ਅਸੀਂ ਇਸ ਨੂੰ v1 v2 v3 ਅਤੇ v4 ਕਹਿੰਦੇ ਹਾਂ ਅਤੇ ਇਹ ਲੈਂਬਡਾ 3 v4 v3 ਅਤੇ ਲੈਂਬਡਾ 4 v4 ਇਸ ਦਿੱਤੇ ਵੈਕਟਰ ਦੇ ਇਕੁਅਲ ਹੈ v, ਜਿਸ ਨੂੰ ਅਸੀਂ ਇੱਥੇ v1 ਅਤੇ v2 ਅਤੇ v3 ਲਿਆ ਹੈ। ਇਸ ਲਈ ਇਹਨਾਂ ਸਿਸਟਮ ਆਫ ਇਕੁਏਸ਼ਨਸ ਦੇ ਨਾਲ ਅਸੀਂ ਕੀ ਦੇਖਦੇ ਹਾਂ ਕਿ ਇਹ ਲੈਂਬਡਾ 4 ਫਰੀ ਵੇਰੀਏਬਲ ਹੈ। ਫਰੀ ਵੇਰੀਏਬਲ ਹੈ ਅਤੇ ਇਸ ਦਾ ਮਤਲਬ ਹੈ ਕਿ ਅਸੀਂ ਇਸ ਲੈਂਬਡਾ 4 ਨੂੰ ਜੋ ਵੀ ਵੈਲਿਊ ਚਾਹੁੰਦੇ ਹਾਂ ਨਿਰਧਾਰਤ ਕਰ ਸਕਦੇ ਹਾਂ। ਇਸ ਲਈ ਹੁਣ ਸਾਡੇ ਕੋਲ ਇੱਥੇ ਇਹ ਲੀਨੀਅਰ ਕੰਬੀਨੇਸ਼ਨਸ ਦੇਣ ਦੀ ਲਚਕਤਾ ਹੈ। ਇਸ ਲਈ ਲੈਂਬਡਾ ਦਾ ਇਹ ਵੱਖਰਾ ਵੈਲਿਊ ਚੁਣਨ ਨਾਲ ਸਾਡੇ ਕੋਲ ਇੱਕ ਵੱਖਰਾ ਇਹ ਲੀਨੀਅਰ ਕੰਬੀਨੇਸ਼ਨ ਹੈ ਜੋ ਸਾਨੂੰ ਇਹ ਵੈਕਟਰ ਦੇਵੇਗਾ v1 v2 ਅਤੇ v3। ਇਸ ਲਈ ਇਹ ਇੱਕ ਸਪੈਨਿੰਗ ਸੈੱਟ ਬਣਾਉਂਦਾ ਹੈ ਕਿਉਂਕਿ ਕੋਈ ਵੀ ਵੈਕਟਰ ਕੋਈ ਵੀ ਆਰਬਿਟਰੇਰੀ ਵੈਕਟਰ ਅਸੀਂ ਇਸ R3 ਸਪੇਸ ਵਿੱਚੋਂ ਚੁਣ ਸਕਦੇ ਹਾਂ ਅਤੇ ਇਹਨਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ। ਚਾਰ ਵੈਕਟਰ ਹਨ। ਇੱਥੇ ਦਿਲਚਸਪ ਕੀ ਹੈ ਕਿ ਇਸ ਫਰੀ ਵੇਰੀਏਬਲ ਦੇ ਕਾਰਨ ਸਾਡੇ ਕੋਲ ਇੱਕ ਗੈਰ ਯੂਨੀਕ ਪ੍ਰਤੀਨਿਧਤਾ ਹੈ। ਇਸ ਲਈ ਜਦੋਂ ਸਾਡੇ ਕੋਲ ਇੱਕ ਫਰੀ ਵੇਰੀਏਬਲ ਹੁੰਦਾ ਹੈ ਤਾਂ ਅਸੀਂ ਇਸ ਲੈਂਬਡਾ 4 ਨੂੰ ਕੋਈ ਵੀ ਵੈਲਿਊ ਨਿਰਧਾਰਤ ਕਰ ਸਕਦੇ ਹਾਂ ਅਤੇ ਫਿਰ ਇਸ ਦਿੱਤੇ ਵੈਕਟਰ ਦੀ ਸਾਡੀ ਨੁਮਾਇੰਦਗੀ ਵੀ ਬਦਲ ਜਾਵੇਗੀ ਤਾਂ ਇਹ ਲੀਨੀਅਰ ਕੰਬੀਨੇਸ਼ਨ ਨੂੰ ਵੀ ਬਦਲ ਜਾਵੇਗਾ। ਜੋ ਪਿਛਲੇ ਲੈਕਚਰ ਵਿੱਚ ਵੀ ਵੇਖਿਆ ਗਿਆ ਸੀ ਕਿ ਜੇਕਰ ਅਸੀਂ ਇਸ ਵੈਕਟਰ ਨੂੰ ਚੌਥੇ ਉਦਾਹਰਣ ਲਈ ਨਹੀਂ ਕੰਸੀਡਰ ਕਰਨ, ਜੇਕਰ ਅਸੀਂ ਇਸ ਵੈਕਟਰ ਨੂੰ ਨਹੀਂ ਕੰਸੀਡਰ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਕੋਲ ਇਹ ਕਾਲਮ ਇੱਥੇ ਨਹੀਂ ਹੋਵੇਗਾ। ਇਸ ਕਾਲਮ ਨੂੰ ਅਸੀਂ ਹੁਣ ਮਿਟਾ ਸਕਦੇ ਹਾਂ। ਇਸ ਲਈ ਇਹਨਾਂ ਸਥਿਤੀਆਂ ਵਿੱਚ ਇਹ ਸਥਿਤੀ ਸੀ ਅਤੇ ਅਸੀਂ ਇਸ ਕੇਸ ਲਈ ਹੁਣ ਕੀ ਦੇਖਦੇ ਹਾਂ ਕਿ ਸਾਡੇ ਕੋਲ ਹਰ ਕਾਲਮ ਵਿੱਚ ਇੱਕ ਪਿਵਟ ਹੈ ਅਤੇ ਕੋਈ ਫਰੀ ਵੇਰੀਏਬਲ ਦਾ ਕੋਈ ਅਰਥ ਨਹੀਂ ਹੈ। ਜਦੋਂ ਸਾਡੇ ਕੋਲ ਇੱਕ ਫਰੀ ਵੇਰੀਏਬਲ ਨਹੀਂ ਹੈ ਤਾਂ ਸਾਨੂੰ ਮੂਲ ਰੂਪ ਵਿੱਚ ਇਸ ਸਿਸਟਮ ਦੇ ਯੂਨੀਕ ਪ੍ਰਤੀਨਿਧਤਾ ਯੂਨੀਕ ਸੋਲਿਊਸ਼ਨ ਮਿਲੇਗਾ ਅਤੇ ਇਹ ਉਹ ਹੈ ਜਿਸ ਬਾਰੇ ਅਸੀਂ ਅੱਜ ਚਰਚਾ ਕਰਾਂਗੇ ਕਿ ਇਹ ਤਿੰਨ ਵੈਕਟਰ ਹੋਣ ਕਰਕੇ ਸਾਡੇ ਕੋਲ ਇੱਕ ਸਪੈਨਿੰਗ ਸੈੱਟ ਹੈ ਜਿਸ ਵਿੱਚ ਇਹ ਚਾਰ ਵੈਕਟਰ ਹਨ ਜੋ ਇੱਕ ਸਪੈਨਿੰਗ ਸੈੱਟ ਵੀ ਬਣਾਉਂਦੇ ਹਨ। ਫਿਰ ਅਸੀਂ ਹੁਣ ਇਹ ਵਿਚਾਰ ਲੈ ਕੇ ਆਵਾਂਗੇ ਕਿ ਸਾਨੂੰ ਅਸਲ ਵਿੱਚ ਕਿੰਨੇ ਘੱਟੋ ਘੱਟ ਵੈਕਟਰਾਂ ਦੀ ਲੋੜ ਹੈ ਤਾਂ ਜੋ ਅਸੀਂ ਦਿੱਤੇ ਗਏ ਵੈਕਟਰ ਸਪੇਸ ਨੂੰ ਫੈਲਾ ਸਕੀਏ। ਇਸ ਲਈ ਇਸ ਕੇਸ ਵਿੱਚ ਅਸੀਂ ਵੇਖਿਆ ਹੈ ਕਿ ਇਹਨਾਂ ਤਿੰਨਾਂ ਵੈਕਟਰਾਂ ਨੂੰ ਲੈ ਕੇ ਅਸੀਂ ਪੂਰੀ ਵੈਕਟਰ ਸਪੇਸ ਨੂੰ ਫੈਲਾ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਮੁੱਖ ਪੁਆਇੰਟ ਇਹ ਹੈ ਕਿ ਸਾਡੇ ਕੋਲ ਸਾਡੇ ਤਿੰਨਾਂ ਵਿੱਚੋਂ ਇੱਕ ਵੈਕਟਰ ਦੀ ਯੂਨੀਕ ਪ੍ਰਤੀਨਿਧਤਾ ਵੀ ਹੈ ਜੇਕਰ ਅਸੀਂ ਇਹਨਾਂ ਤਿੰਨਾਂ ਵੈਕਟਰਾਂ ਨੂੰ ਲੈਂਦੇ ਹਾਂ, ਪਰ ਜੇਕਰ ਅਸੀਂ ਚਾਰ ਵੈਕਟਰਾਂ ਨੂੰ ਲੈ ਰਹੇ ਹਾਂ ਤਾਂ ਵੀ ਇਹ ਇੱਕ ਸਪੈਨਿੰਗ ਸੈੱਟ ਬਣਾ ਰਿਹਾ ਹੈ, ਪਰ ਸਾਨੂੰ ਇੱਕ ਯੂਨੀਕ ਪ੍ਰਤੀਨਿਧਤਾ ਨਹੀਂ ਮਿਲ ਰਹੀ ਹੈ। ਇਸ ਲਈ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਅਸੀਂ ਆਧਾਰ ਅਤੇ ਮਾਪਾਂ ਦੀਆਂ ਪਰਿਭਾਸ਼ਾਵਾਂ ਨੂੰ ਕੰਟੀਨਿਊ ਰੱਖਾਂਗੇ।
ਇਸ ਲਈ ਆਧਾਰ ਇਹ ਲੀਨੀਅਰਲੀ ਤੌਰ ਉੱਤੇ ਇੰਡੀਪੈਂਡੈਂਟ ਸੈੱਟ ਹੈ ਜੋ ਇਹ ਵੈਕਟਰ ਸਪੇਸ ਨੂੰ ਫੈਲਾਉਂਦਾ ਹੈ। ਇਸ ਲਈ ਸਧਾਰਨ ਪਰਿਭਾਸ਼ਾ, ਇਹ ਇੱਕ ਸਪੈਨਿੰਗ ਸੈੱਟ ਹੈ, ਕਿਉਂਕਿ ਇਸ ਨੂੰ ਪੂਰੀ ਵੈਕਟਰ ਸਪੇਸ V ਨੂੰ ਫੈਲਾਉਣਾ ਚਾਹੀਦਾ ਹੈ। ਪਰ ਇਸ ਤੋਂ ਇਲਾਵਾ ਕੀ ਹੈ ਜੋ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਸੈੱਟ ਹੈ? ਇਸ ਲਈ ਆਧਾਰ ਸਪੈਨਿੰਗ ਸੈੱਟ ਤੋਂ ਇਲਾਵਾ ਕੁਝ ਨਹੀਂ ਹੈ ਜਿਸ ਵਿੱਚ ਸਾਰੇ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਧਾਰ ਕਹਿੰਦੇ ਹਾਂ। ਜਿਵੇਂ ਕਿ ਪਿਛਲੀ ਉਦਾਹਰਣ ਵਿੱਚ ਸਾਡੇ ਕੋਲ ਇਸ ਸਪੈਨਿੰਗ ਸੈੱਟ ਵਿੱਚ ਉਹ ਸਾਰੇ 4 ਵੈਕਟਰ ਲੈਣ ਦੀ ਸੰਭਾਵਨਾ ਹੈ ਜਾਂ ਸਿਰਫ ਉਹ 3 ਵੈਕਟਰ ਲੈਣ ਦੀ ਸੰਭਾਵਨਾ ਹੈ ਅਤੇ ਜੇਕਰ ਅਸੀਂ ਉਹਨਾਂ 3 ਵੈਕਟਰਾਂ ਨੂੰ ਲੈਂਦੇ ਹਾਂ ਉਹਨਾਂ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹਨ। ਉਹ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹੁੰਦੇ ਹਨ ਪਰ ਸੈੱਟ ਵਿੱਚ ਉਹਨਾਂ 4 ਵੈਕਟਰਾਂ ਦੇ ਹੋਣ ਨਾਲ ਸੈੱਟ ਲੀਨੀਅਰਲੀ ਤੌਰ ਤੇ ਨਿਰਭਰ ਹੋ ਜਾਂਦਾ ਹੈ ਕਿ ਅਸੀਂ ਉਸ ਥਿਊਰੀ ਨਾਲ ਵੀ ਦੇਖ ਸਕਦੇ ਹਾਂ ਜੋ ਅਸੀਂ ਪਹਿਲਾਂ ਹੀ ਪਿਛਲੇ ਲੈਕਚਰਾਂ ਵਿੱਚ ਵਿਕਸਿਤ ਕਰ ਚੁੱਕੇ ਹਾਂ। ਇਸ ਲਈ ਉਹ 3 ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਅਤੇ ਉਹਨਾਂ ਵੈਕਟਰਾਂ ਲਈ ਅਸੀਂ ਕਹਿ ਸਕਦੇ ਹਾਂ ਕਿ ਉਹ 4 ਵੈਕਟਰਾਂ ਦੀ ਬਜਾਏ ਇੱਕ ਆਧਾਰ ਬਣਾਉਣਗੇ ਕਿਉਂਕਿ 4 ਵੀ ਇੱਕ ਸਪੈਨਿੰਗ ਸੈੱਟ ਸਨ ਪਰ ਇਹ ਉਸ ਉਦਾਹਰਣ ਵਿੱਚ 3 ਦਾ ਆਧਾਰ ਨਹੀਂ ਹੋਵੇਗਾ। ਇਸ ਲਈ ਹੁਣ ਡਾਇਮੈਂਸ਼ਨ ਤਾਂ ਆਧਾਰ ਵਿੱਚ ਐਲੀਮੈਂਟਸ ਦੀ ਸੰਖਿਆ ਨੂੰ ਵੈਕਟਰ ਸਪੇਸ ਦਾ ਡਾਇਮੈਂਸ਼ਨ ਕਿਹਾ ਜਾਂਦਾ ਹੈ। ਇਸ ਲਈ ਇੱਥੇ ਸੰਖਿਆ ਦੇ ਕਿੰਨੇ ਐਲੀਮੈਂਟ ਹਨ ਉੱਥੇ ਕਿੰਨੇ ਐਲੀਮੈਂਟ ਹਨ ਉਸ ਆਧਾਰ ਵਿੱਚ ਕਿੰਨੇ ਐਲੀਮੈਂਟ ਹਨ ਜਿਸ ਨੂੰ ਵੈਕਟਰ ਸਪੇਸ ਦਾ ਡਾਇਮੈਂਸ਼ਨ ਕਿਹਾ ਜਾਂਦਾ ਹੈ ਤਾਂ ਇਹ 2 ਸੰਖਿਆਵਾਂ ਆਧਾਰ ਹਨ ਜੋ ਵੈਕਟਰਾਂ ਦਾ ਇਹ ਸੈੱਟ ਹੈ ਅਤੇ ਇਹ ਦਿੱਤੀ ਗਈ ਵੈਕਟਰ ਸਪੇਸ ਵਿੱਚ ਫੈਲਿਆ ਹੋਇਆ ਹੈ। ਅਤੇ ਇੱਥੇ ਇਹ ਸੰਖਿਆ ਜੋ ਵੈਕਟਰ ਸਪੇਸ ਦੇ ਡਾਇਮੈਂਸ਼ਨ ਬਾਰੇ ਦੱਸਦੀ ਹੈ ਦੋਵੇਂ ਬਹੁਤ ਮਹੱਤਵਪੂਰਨ ਹਨ। ਬਸ ਇੱਥੇ ਇੱਕ ਨੋਟ ਕਰੋ ਕਿ V ਵਿੱਚ ਹਰੇਕ ਵੈਕਟਰ ਨੂੰ ਵੈਕਟਰਾਂ ਦੇ ਆਧਾਰ ਦੇ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਵਿਲੱਖਣ ਤੌਰ ਤੇ ਲਿਖਿਆ ਜਾ ਸਕਦਾ ਹੈ ਅਤੇ ਇਸ ਤੱਥ ਨੂੰ ਪਿਛਲੀ ਉਦਾਹਰਣ ਆਪਣੇ ਆਪ ਇਸ ਤੋਂ ਸਮਝਾ ਸਕਦੇ ਹਨ ਕਿ ਜਦੋਂ ਸਾਡੇ ਕੋਲ ਆਧਾਰ ਹੁੰਦਾ ਹੈ ਤਾਂ ਆਧਾਰ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਕੋਲ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ ਅਤੇ ਜਦੋਂ ਤੁਹਾਡੇ ਕੋਲ ਰੇਖਿਕ ਤੌਰ ਤੇ ਇੰਡੀਪੈਂਡੈਂਟ ਵੈਕਟਰ ਹੋਣਗੇ ਤਾਂ ਉਹ ਕੋਈ ਫਰੀ ਵੇਰੀਏਬਲ ਨਹੀਂ ਹੋਣਗੇ। ਜਦੋਂ ਅਸੀਂ ਇਸ V ਤੋਂ ਵੈਕਟਰ ਨੂੰ ਦਰਸਾਉਣ ਲਈ ਦਿੱਤੇ ਗਏ ਵੈਕਟਰਾਂ ਦੇ ਲੀਨੀਅਰ ਕੰਬੀਨੇਸ਼ਨ ਬਾਰੇ ਗੱਲ ਕਰਦੇ ਹਾਂ। ਇਸ ਲਈ ਇਹ ਪ੍ਰਤੀਨਿਧਤਾ ਵੀ ਯੂਨੀਕ ਹੋਵੇਗੀ ਜਦੋਂ ਵੀ ਸਾਡੇ ਕੋਲ ਆਧਾਰ ਹੋਵੇਗਾ ਕਿ ਸਾਡੇ ਸਪੈਨਿੰਗ ਸੈੱਟ ਵਿੱਚ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹੋਣ ਦੇ ਨਾਲ ਪ੍ਰਤੀਨਿਧਤਾ ਵੀ ਯੂਨੀਕ ਹੋਵੇਗੀ ਅਤੇ ਵੈਕਟਰ ਸਪੇਸ 0 ਇਸ ਲਈ ਇਹ ਵਿਸ਼ੇਸ਼ ਸਥਿਤੀ ਹੈ ਜਦੋਂ ਸਾਡੇ ਕੋਲ ਸਿਰਫ ਇੱਕ ਐਲੀਮੈਂਟ ਹੁੰਦਾ ਹੈ ਜੋ 0 ਹੁੰਦਾ ਹੈ ਅਤੇ ਅਸੀਂ ਪਰਿਭਾਸ਼ਿਤ ਕਰਦੇ ਹਾਂ ਇਸ ਡਾਇਮੈਂਸ਼ਨ ਨੂੰ 0 ਵਜੋਂ। ਠੀਕ ਹੈ ਤਾਂ ਚਲੋ ਇੱਥੇ ਵੈਕਟਰ ਸਪੇਸ Rn ਦੀ ਉਦਾਹਰਣ ਲੈਂਦੇ ਹਾਂ ਜਿਸ ਦਾ ਅਸੀਂ ਪਹਿਲਾਂ ਹੀ ਅਧਿਐਨ ਕਰ ਚੁੱਕੇ ਹਾਂ। ਹੁਣ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ Rn ਦੇ ਆਧਾਰ ਕੀ ਹਨ। ਇਸ ਵੈਕਟਰ ਸਪੇਸ Rn ਦਾ ਡਾਇਮੈਂਸ਼ਨ ਕੀ ਹੈ। ਇਸ ਲਈ ਅਸੀਂ ਇਹਨਾਂ ਵੈਕਟਰਾਂ ਨੂੰ ਹੁਣ ਬਹੁਤ ਹੀ ਖਾਸ ਵੈਕਟਰ ਕੰਸੀਡਰ ਕਰਦੇ ਹਾਂ ਜਿਸ ਨੂੰ ਅਸੀਂ Rn ਦਾ ਸਟੈਂਡਰਡ ਬੇਸਿਸ ਕਹਿੰਦੇ ਹਾਂ। ਇਸ ਲਈ ਇਹਨਾਂ ਵੈਕਟਰਾਂ ਉੱਤੇ ਵਿਚਾਰ ਕਰੋ। ਇੱਕ ਉਦੋਂ ਦਰਸਾਇਆ ਜਾਂਦਾ ਹੈ ਜਦੋਂ ਪਹਿਲਾ ਕੰਪੋਨੈਂਟ 1 ਹੁੰਦਾ ਹੈ ਬਾਕੀ ਸਾਰੇ ਕੰਪੋਨੈਂਟ 0 ਹੁੰਦੇ ਹਨ। ਦੋ ਪਹਿਲੇ ਕੰਪੋਨੈਂਟ 0 ਹੁੰਦੇ ਹਨ, ਦੂਜਾ ਇੱਕ ਹੋਰ ਸਾਰੇ 0 ਅਤੇ n ਵਿੱਚ ਸਾਡੇ ਕੋਲ nth ਕੰਪੋਨੈਂਟ s 1 ਹੈ ਅਤੇ ਬਾਕੀ ਸਾਰੇ ਕੰਪੋਨੈਂਟ 0 ਹਨ। ਇਸ ਤਰ੍ਹਾਂ ਅਸੀਂ ਇਹਨਾਂ ਐਲੀਮੈਂਟਸ ਨੂੰ ਪਰਿਭਾਸ਼ਿਤ ਕੀਤਾ ਹੈ। ਇਹ ਐਲੀਮੈਂਟ ਬੇਸ਼ੱਕ ਰੂਪ Rn ਹਨ। ਇਸ ਲਈ ਹੁਣ ਅਸੀਂ ਇੱਥੇ ਨੋਟਿਸ ਕਰਾਂਗੇ ਕਿ ਇਹ ਵੈਕਟਰ ਪਹਿਲਾਂ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਚੈੱਕ ਕਰ ਸਕਦੇ ਹਾਂ ਅਤੇ ਸਾਡੇ ਕੋਲ ਸੋਚਦੇ ਹਾਂ ਕਿ ਪਹਿਲਾਂ ਵੀ ਜਾਂਚ ਕੀਤੀ ਗਈ ਹੈ। ਇਸ ਲਈ ਸਾਨੂੰ ਇਹ ਦੇਖਣਾ ਹੋਵੇਗਾ ਕਿ ਲੈਂਬਡਾ 1 ਲੈਂਬਡਾ 2 ਅਤੇ ਇਸ ਤਰ੍ਹਾਂ ਲੈਂਬਡਾ n ਉੱਤੇ ਜਦੋਂ ਅਸੀਂ 0 ਵੈਕਟਰ ਤੇ ਸੈੱਟ ਕਰਦੇ ਹਾਂ ਅਤੇ ਸਾਨੂੰ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਲੈਂਬਡਾ 1 0 ਹੈ, ਲੈਂਬਡਾ 2 0 ਹੈ ਅਤੇ ਇਹ ਸਾਰੇ 0 ਹਨ ਜੋ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿਉਂਕਿ ਇਸ ਸਟਰਕਚਰ ਦੇ ਕਾਰਨ ਇੱਥੇ ਹੀ ਅਸੀਂ ਇਸ ਲੈਂਬਡਾ ਤੋਂ ਇੱਕ 0 ਪ੍ਰਾਪਤ ਕਰਾਂਗੇ। ਇੱਥੋਂ ਸਾਨੂੰ ਲੈਂਬਡਾ 2 0 ਅਤੇ ਇਸ ਤਰ੍ਹਾਂ ਮਿਲੇਗਾ। ਇਸ ਲਈ ਇਹ ਵੇਖਣ ਲਈ ਮਾਮੂਲੀ ਹੈ ਕਿ ਇਹ ਵੈਕਟਰਾਂ ਦਾ ਇਹ ਸੈੱਟ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਸਮੂਹ ਦਾ ਰੂਪ ਹੈ। ਇਸ ਲਈ ਇਹ ਸਾਰੇ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ। ਸਾਨੂੰ ਹੋਰ ਕੀ ਦੇਖਣਾ ਹੈ? ਇਸ ਲਈ ਸਾਨੂੰ ਵੈਕਟਰ ਸਪੇਸ ਦਾ ਆਧਾਰ ਅਤੇ ਡਾਇਮੈਂਸ਼ਨ ਲੱਭਣਾ ਹੈ। ਇਸ ਲਈ ਸਾਨੂੰ ਮੂਲ ਰੂਪ ਵਿੱਚ ਸਪੈਨਿੰਗ ਸੈੱਟ ਦੀ ਲੋੜ ਹੈ ਜੋ ਸਪੈਨ ਕਰ ਸਕਦਾ ਹੈ ਜੋ ਸਾਡੇ
ਵੈਕਟਰ ਸਪੇਸ ਵਿੱਚੋਂ ਕਿਸੇ ਵੀ ਵੈਕਟਰ ਨੂੰ ਇਹਨਾਂ ਦਿੱਤੇ ਵੈਕਟਰ ਦੇ ਰੂਪ ਵਿੱਚ ਪੇਸ਼ ਕਰ ਸਕਦਾ ਹੈ ਤਾਂ ਕਿ ਇੱਥੇ ਇਹ ਸੰਭਵ ਹੈ ਜਾਂ ਨਹੀਂ। ਅਸੀਂ ਹੁਣ ਜਾਂਚ ਕਰਾਂਗੇ। ਇਸ ਲਈ ਇਹਨਾਂ ਵੈਕਟਰਾਂ ਨੂੰ ਇੱਥੇ n ਵੈਕਟਰ ਦਿੱਤੇ ਗਏ ਹਨ ਅਤੇ ਹੁਣ ਕੋਈ ਵੀ ਐਲੀਮੈਂਟ ਜੇਕਰ ਅਸੀਂ ਇਸ Rn ਤੋਂ ਲੈਂਦੇ ਹਾਂ, ਇਸ ਲਈ ਕੋਈ ਵੀ ਇਹ Rn ਹੈ ਤਾਂ ਇਹ ਇਸ Rn ਦਾ ਐਲੀਮੈਂਟ ਹੈ। ਇਸ ਲਈ ਜੇਕਰ ਅਸੀਂ ਇਸ Rn ਤੋਂ ਇਹ ਜਨਰਲ ਕੋਈ ਵੈਕਟਰ ਲੈਂਦੇ ਹਾਂ ਅਤੇ ਜਿਸ ਨੂੰ ਅਸੀਂ ਇੱਥੇ ਵੀ 1 ਵੀ 2 ਵੀ 3 ਵੀ n ਕਹਿ ਰਹੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਇਸ ਵੈਕਟਰ ਦੀ ਮਦਦ ਨਾਲ ਪ੍ਰਸਤੁਤ ਕਰ ਸਕਦੇ ਹਾਂ ਇਹਨਾਂ ਵਿੱਚੋਂ ਦਿੱਤੇ ਵੈਕਟਰ e1 e2 en। ਇਸ ਕੇਸ ਵਿੱਚ ਵਿਚਾਰ ਦੁਬਾਰਾ ਸਧਾਰਨ ਹੈ ਅਤੇ ਇਹ ਇਸ ਲਈ ਹੈ ਕਿ ਇਹਨਾਂ ਨੂੰ ਸਟੈਂਡਰਡ ਬੇਸਿਸ ਕਿਹਾ ਜਾਂਦਾ ਹੈ। ਇਸ ਲਈ ਇਸ v ਨੂੰ ਇੱਕ ਟਾਈਮ ਇਸ e ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਦੂਜਾ ਕੰਪੋਨੈਂਟ ਵੀ 2 ਟਾਈਮਸ e2 ਇਸ ਵਿਸ਼ੇਸ਼ ਸਟਰਕਚਰ ਦੇ ਕਾਰਨ ਇੱਥੇ ਇਸ ਨੂੰ ਵੀ 1 ਨਾਲ ਗੁਣਾ ਕੀਤਾ ਜਾਵੇਗਾ ਅਤੇ ਹੋਰ ਨਹੀਂ ਕਿ ਅਸੀਂ ਇਸ ਸਥਾਨ ਤੇ ਕੁਝ ਵੀ ਪ੍ਰਾਪਤ ਕਰ ਸਕਾਂਗੇ ਕਿਉਂਕਿ ਹੋਰ ਸਾਰੇ ਵੈਕਟਰਾਂ ਵਿੱਚ ਦੂਜਾ ਵੀ 2 ਲਈ ਪਹਿਲਾ ਹਿੱਸੇ ਵਜੋਂ 0 ਹੈ। ਸਿਰਫ e2 ਦੂਜੇ ਸਥਾਨ ਤੇ 1 ਹੈ, ਬਾਕੀ ਸਾਰੇ 0 ਹਨ। ਇਸ ਲਈ ਕੁਦਰਤੀ ਤੌਰ ਉੱਤੇ ਸਾਨੂੰ ਦੂਜਾ ਸਥਾਨ ਤੇ 1 ਵੀ 2 ਪ੍ਰਾਪਤ ਹੋਣਗੇ ਅਤੇ ਇਸ ਤਰ੍ਹਾਂ ਅਸੀਂ ਪ੍ਰਤੀਨਿਧਤਾ ਕਰ ਸਕਦੇ ਹਾਂ ਜਾਂ ਅਸੀਂ ਪਹਿਲਾਂ ਹੀ ਇੱਥੇ ਪ੍ਰਤੀਨਿਧਤਾ ਕਰ ਚੁੱਕੇ ਹਾਂ। ਇਸ Rn ਤੋਂ ਕੋਈ ਵੀ ਵੈਕਟਰ ਵੀ ਇਹਨਾਂ ਦਿੱਤੇ ਗਏ ਵੈਕਟਰਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਤੌਰ ਤੇ e1 e2 e3 en। ਇਸ ਲਈ ਇਹ ਸਾਡੇ ਆਧਾਰ ਦੀਆਂ ਸਾਰੀਆਂ ਪ੍ਰਾਪਰਟੀਜ਼ ਨੂੰ ਸੰਤੁਸ਼ਟ ਕਰਦਾ ਹੈ। ਇਹ ਇੱਕ ਸਪੈਨਿੰਗ ਸੈੱਟ ਹੈ ਕਿਉਂਕਿ ਅਸੀਂ ਦਿੱਤੇ ਵੈਕਟਰ ਸਪੇਸ ਦੇ ਕਿਸੇ ਵੀ ਵੈਕਟਰ ਨੂੰ ਸਪੈਨ ਦਿੱਤੇ ਵੈਕਟਰਾਂ ਦੇ ਇੱਕ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਕਰ ਸਕਦੇ ਹਾਂ ਅਤੇ ਇਹ ਵੀ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ। ਇਸ ਲਈ ਇਹ ਆਧਾਰ ਬਣਾਉਂਦੇ ਹਨ। ਇਸ ਲਈ ਸਾਨੂੰ ਇਸ Rn ਲਈ ਇਹ ਆਧਾਰ ਮਿਲਿਆ ਹੈ। ਇੱਥੇ ਵੈਕਟਰਾਂ ਦੇ ਇਸ ਸੈੱਟ ਲਈ ਇਹ Rn ਲਈ ਇੱਕ ਆਧਾਰ ਬਣਾਉਂਦਾ ਹੈ ਅਤੇ ਆਯਾਮ ਹੁਣ ਇਸ ਸੈੱਟ ਵਿੱਚ ਇਹਨਾਂ ਐਲੀਮੈਂਟਸ ਦੀ ਇਹ ਸੰਖਿਆ ਹੈ। ਇਸ ਲਈ ਇੱਥੇ ਸਾਡੇ ਕੋਲ e1 e2 ਹਨ ਅਤੇ n ਐਲੀਮੈਂਟ ਹਨ ਅਤੇ ਸਾਨੂੰ ਮਿਲਿਆ ਹੈ। ਇਸ ਲਈ ਇੱਥੇ ਇਸ ਵੈਕਟਰ ਸਪੇਸ ਦਾ ਇਹ ਡਾਇਮੈਂਸ਼ਨ n ਹੈ। ਇਹ ਉਦਾਹਰਣ ਹੈ ਜਿੱਥੇ ਅਸੀਂ ਸਾਰੇ ਵੈਕਟਰ ਸਪੇਸ ਬਾਰੇ ਗੱਲ ਕਰ ਰਹੇ ਹਾਂ। 2 ਗੁਣਾ 3 ਜਾਂ ਜਨਰਲ ਤੌਰ ਤੇ ਅਸੀਂ S ਮੈਟ੍ਰਿਸਿਸ ਦੀ ਤਰ੍ਹਾਂ ਜਾਂ R ਗੁਣਾ ਕਰਨ ਦੀ ਵੀ ਚਰਚਾ ਕਰ ਸਕਦੇ ਹਾਂ ਤਾਂ ਸਰਲਤਾ ਲਈ ਆਓ ਇਹਨਾਂ 2 ਗੁਣਾ 3 ਨੂੰ ਲੈ ਲਈਏ। ਪਰ ਵਿਚਾਰ ਨੂੰ ਅਸੀਂ R ਗੁਣਾ S ਮੈਟ੍ਰਿਸਿਸ ਲਈ ਵੀ ਵਧਾ ਸਕਦੇ ਹਾਂ। ਇਸ ਲਈ ਇੱਥੇ ਸਾਰੇ 2 ਗੁਣਾ 3 ਮੈਟ੍ਰਿਸਿਸ ਦੀ ਵੈਕਟਰ ਸਪੇਸ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਅਤੇ ਜੇਕਰ ਅਸੀਂ ਇਹਨਾਂ ਵੈਕਟਰਾਂ ਨੂੰ ਇੱਥੇ ਕੰਸੀਡਰ ਕਰੀਏ ਤਾਂ ਇੱਕ ਇਸ ਸਥਿਤੀ ਤੇ ਹੈ ਅਤੇ ਬਾਕੀ ਸਾਰੀਆਂ ਪੋਜੀਸ਼ਨਾਂ 0 ਹਨ। ਉਸੇ ਤਰ੍ਹਾਂ ਹੁਣ ਦੂਜਾ ਸਥਿਤੀ ਤੇ 1 ਹੈ, ਬਾਕੀ ਸਾਰੇ 0 ਹਨ ਅਤੇ ਇਸ ਤਰ੍ਹਾਂ ਅਸੀਂ ਕੰਟੀਨਿਊ ਰੱਖਦੇ ਹਾਂ। ਸਾਨੂੰ ਇਹ 6 ਮੈਟ੍ਰਿਸਿਸ ਮਿਲਦੇ ਹਨ ਜਿੱਥੇ ਇਹ ਇੱਥੇ ਪਹਿਲੀ ਸਥਿਤੀ ਤੇ ਬੈਠਿਆ ਹੈ। ਸਿਰਫ ਇਸ ਮੈਟ੍ਰਿਕਸ ਵਿੱਚ ਦੂਜਾ ਕੇਸ ਵਿੱਚ 1 ਇੱਥੇ ਬੈਠਿਆ ਹੈ ਅਤੇ ਬਾਕੀ ਸਾਰੇ 0 ਹਨ ਅਤੇ ਇਸ ਤਰ੍ਹਾਂ ਇਸ ਵਿਸ਼ੇਸ਼ ਸਟਰਕਚਰ ਨਾਲ ਦੁਬਾਰਾ ਇਹ ਇਹਨਾਂ 2 ਗੁਣਾ 3 ਮੈਟ੍ਰਿਸਿਸ ਦੇ ਇਸ ਵੈਕਟਰ ਸਪੇਸ ਲਈ ਮਿਆਰੀ ਆਧਾਰ ਹਨ ਜੋ ਇਹ ਫਾਰਮੈਟ ਅਸੀਂ ਪਹਿਲਾਂ ਹੀ ਵੇਖਿਆ ਹੈ। ਪਿਛਲੇ ਲੈਕਚਰ ਵਿੱਚ ਇਹ ਵੈਕਟਰ ਸਪੇਸ ਇਸ ਲਈ ਇੱਥੇ ਅਸੀਂ ਆਪਣੇ ਆਧਾਰ ਅਤੇ ਇਸ ਦੇ ਡਾਇਮੈਂਸ਼ਨ ਨੂੰ ਲੱਭਣ ਬਾਰੇ ਗੱਲ ਕਰ ਰਹੇ ਹਾਂ ਤਾਂ ਕਿ ਇਹ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਅਤੇ 2 ਗੁਣਾ 3 ਮੈਟ੍ਰਿਸਿਸ ਦੀ ਵੈਕਟਰ ਸਪੇਸ ਨੂੰ ਫੈਲਾਉਂਦੇ ਹਨ। ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਕਿਉਂ ਹਨ? ਉਹੀ ਦਲੀਲ ਜੋ ਅਸੀਂ ਪਿਛਲੇ ਲੈਕਚਰਾਂ ਵਿੱਚ ਦਿੱਤੀ ਸੀ। ਇਸ ਲਈ ਜੇਕਰ ਅਸੀਂ ਉਹਨਾਂ ਨੂੰ ਵੈਕਟਰ v1 v2 ਅਤੇ ਇਸ v3 ਨੂੰ ਇੱਥੇ v4 ਅਤੇ v5 ਅਤੇ v6 ਕਹਿੰਦੇ ਹਾਂ ਅਤੇ ਦੁਬਾਰਾ ਉਹੀ ਗੱਲ ਕਰਦੇ ਹਾਂ ਜੋ ਅਸੀਂ ਕਰਦੇ ਹਾਂ, ਅਸੀਂ ਇੱਥੇ ਲੈਂਬਡਾ 6 ਅਤੇ v6 ਦੇ ਨਾਲ ਇਸ ਲੀਨੀਅਰ ਕੰਬੀਨੇਸ਼ਨ ਨੂੰ v1 v2 ਲੈਂਦੇ ਹਾਂ। ਇਹ 0 ਦੇ ਇਕੁਅਲ ਹੈ। ਇਹ 0 ਮੈਟ੍ਰਿਕਸ ਹੈ ਤਾਂ ਇਹ 0 0 0 0 0 0 ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜਦੋਂ ਅਸੀਂ ਇਸ ਲੈਂਬਡਾ ਨੂੰ 1 v1 ਲੈਂਬਡਾ ਤੋਂ v2 ਅਤੇ ਲੈਂਬਡਾ 6 ਦੀ ਕੰਪਿਊਟ ਕਰਦੇ ਹਾਂ ਤਾਂ ਸਾਨੂੰ ਇੱਥੇ ਲੈਂਬਡਾ 1 ਦੇ ਨਾਲ ਇਹ ਮੈਟ੍ਰਿਕਸ ਮਿਲੇਗਾ। ਇਹ ਲੈਂਬਡਾ 2 ਲੈਂਬਡਾ 3 ਲੈਂਬਡਾ 4 ਹੈ ਅਤੇ ਲੈਂਬਡਾ 5 ਲੈਂਬਡਾ 6 ਇਕੁਅਲ 0 ਹੈ ਅਤੇ ਹੁਣ ਇੱਥੇ ਇਹਨਾਂ ਐਂਟਰੀਆਂ ਦੀ ਤੁਲਨਾ ਕਰਦੇ ਹੋਏ ਅਸੀਂ ਪ੍ਰਾਪਤ ਕਰਾਂਗੇ ਲੈਂਬਡਾ 1 0 ਲੈਂਬਡਾ 2 ਇਕੁਅਲ 0 ਲੈਂਬਡਾ 3 0 ਲੈਂਬਡਾ 4 0 ਲੈਂਬਡਾ 5 ਹੈ 0 ਲੈਂਬਡਾ 6 ਹੈ 0। ਇਸ ਲਈ ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ। ਇਸ ਲਈ ਇਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ। ਦੂਜਾ ਸਾਨੂੰ ਇਹ ਜਾਂਚਣਾ ਪਵੇਗਾ ਕਿ ਉਹ ਇਸ ਮੈਟ੍ਰਿਸਿਸ ਦੇ 2 ਗੁਣਾ 3 ਦੇ ਵੈਕਟਰ ਸਪੇਸ ਨੂੰ ਸਪੈਨ ਕਰਦੇ ਹਨ। ਇਸ ਲਈ ਕੁਦਰਤੀ ਤੌਰ ਤੇ ਉਹ ਕਰਦੇ ਹਨ ਕਿਉਂਕਿ ਜੇਕਰ ਅਸੀਂ ਕਿਸੇ ਵੀ ਵੈਕਟਰ ਨੂੰ ਇਸ 2 ਗੁਣਾ 3 ਮੈਟ੍ਰਿਕਸ ਵਿੱਚੋਂ ਕੋਈ ਵੀ ਮੈਟ੍ਰਿਸਿਸ ਕੰਸੀਡਰ
ਕਰਦੇ ਹਾਂ ਤਾਂ ਸਾਰੇ ਐਲੀਮੈਂਟ ਅਸੀਂ ਵੈਕਟਰ ਕਹਿੰਦੇ ਹਾਂ ਤਾਂ ਜੋ ਅਸੀਂ ਇੱਥੇ ਕੁਝ ਵੀ ਲੈਂਦੇ ਹਾਂ। ਉਦਾਹਰਨ ਲਈ 2 ਗੁਣਾ 3, ਇਸ ਲਈ ਇਹ ਇਸ ਸਪੇਸ 2 ਗੁਣਾ 3 ਤੋਂ ਇੱਕ ਜਨਰਲ ਮੈਟ੍ਰਿਕਸ ਹੈ। ਇਸ ਦਿੱਤੇ ਵੈਕਟਰਾਂ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਟਰਮਜ਼ ਵਿੱਚ ਐਕਸਪੈਂਡ ਕਰ ਸਕਦੇ ਹਾਂ, ਜਿਵੇਂ ਇਹਨੂੰ ਹੁਣ ਪਹਿਲਾ 1 ਨਾਲ ਗੁਣਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ b ਨੂੰ ਦੂਜਾ ਨਾਲ ਗੁਣਾ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਹੋਰ, ਜੇਕਰ ਅਸੀਂ ਇਸ ਨੂੰ ਕੰਟੀਨਿਊ ਰੱਖਦੇ ਹਾਂ। ਇਸ ਲਈ ਇਹ ਹੁਣ ਇਸ ਵੈਕਟਰ ਸਪੇਸਿਸ ਤੋਂ ਇਸ ਜਨਰਲ ਵੈਕਟਰ ਦੀ ਨੁਮਾਇੰਦਗੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਸੀਂ ਇਹਨਾਂ ਦਿੱਤੇ ਗਏ ਵੈਕਟਰਾਂ ਦੇ ਟਰਮਜ਼ ਵਿੱਚ ਕਿਸੇ ਵੀ ਵੈਕਟਰ ਨੂੰ ਇੱਕ ਵੈਕਟਰ ਸਪੇਸ ਵਿੱਚ ਦਰਸਾ ਸਕਦੇ ਹਾਂ ਜੋ ਕਿ ਗਿਣਤੀ ਵਿੱਚ 6 ਹਨ। ਇਸ ਲਈ ਕਨਕਲੂਜ਼ਨ ਕੀ ਨਿਕਲਦਾ ਹੈ ਕਿ ਇਹ ਵੈਕਟਰ ਇਸ ਵੈਕਟਰ ਸਪੇਸ ਲਈ ਇਹ ਆਧਾਰ ਬਣਾਉਂਦੇ ਹਨ ਅਤੇ ਡਾਇਮੈਂਸ਼ਨ ਕੁਝ ਵੀ ਨਹੀਂ ਹੈ ਪਰ ਇੱਥੇ ਪ੍ਰੋਡਕਟ 2 ਗੁਣਾ 3 ਸਾਡੇ ਕੋਲ ਇਹ 6 ਮੈਟ੍ਰਿਸਿਜ਼ ਹਨ, ਇਸ ਲਈ ਡਾਇਮੈਂਸ਼ਨ 6 ਹੈ ਜਿਸ ਨੂੰ ਅਸੀਂ R ਗੁਣਾ S ਮੈਟ੍ਰਿਸਿਜ਼ ਲਈ ਵੀ ਜਨਰਲਾਈਜ਼ ਕਰ ਸਕਦੇ ਹਾਂ। ਇਹ ਵਿਚਾਰ ਇੱਕ ਹੋਰ ਉਦਾਹਰਣ ਹੈ ਜਿੱਥੇ ਅਸੀਂ ਵੈਕਟਰ ਸਪੇਸ ਬਾਰੇ ਗੱਲ ਕਰ ਰਹੇ ਹਾਂ ਇਕੁਅਲ ਤੋਂ ਘੱਟ ਡਿਗਰੀ ਦੇ ਸਾਰੇ ਪੋਲੀਨੋਮੀਅਲਾਂ ਦੇ ਇਸ PNT ਅਤੇ ਦੁਬਾਰਾ ਇਹ ਉਦਾਹਰਣ ਅਸੀਂ ਵੇਖਿਆ ਹੈ ਕਿ ਇਹ ਵੈਕਟਰ ਸਪੇਸ ਬਣਦਾ ਹੈ ਅਤੇ ਹੁਣ ਅਸੀਂ ਇੱਥੇ ਇੱਕ TT ਸਕੁਏਅਰ ਅਤੇ ਇਸ ਤਰ੍ਹਾਂ TN ਸੈੱਟ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ n+1 ਪੋਲੀਨੋਮੀਅਲਸ ਸਹੀ ਇਹ n+1 ਪੋਲੀਨੋਮੀਅਲਸ ਹਨ। ਅਸੀਂ ਲਿਆ ਹੈ ਅਤੇ ਅਸੀਂ ਦਾਅਵਾ ਕਰਦੇ ਹਾਂ ਕਿ ਇਹ ਅਸਲ ਵਿੱਚ PNT ਲਈ ਇੱਕ ਆਧਾਰ ਹੈ ਅਤੇ ਕਿਸ ਕਾਰਨ ਦੁਬਾਰਾ ਸਪਸ਼ਟ ਹੈ ਸਾਨੂੰ ਇਹ ਜਾਂਚ ਕਰਨੀ ਪਏਗੀ ਕਿ ਇਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਜੋ ਅਸੀਂ ਜਾਂਚ ਸਕਦੇ ਹਾਂ ਜਿਵੇਂ ਕਿ ਅਸੀਂ ਹੋਰ ਉਦਾਹਰਣਾਂ ਲਈ ਕੀਤਾ ਹੈ। ਲੈਂਬਡਾ ਇੱਕ ਵਾਰ ਤਾਂ 1 ਲੈਂਬਡਾ 2 ਟਾਈਮ t ਲੈਂਬਡਾ 3 ਟਾਈਮਸ t ਸਕੁਏਅਰ ਅਤੇ ਇਸ ਤਰ੍ਹਾਂ ਜੇ ਇਹ 0 ਤੇ ਸੈੱਟ ਕੀਤਾ ਜਾਵੇਗਾ ਅਤੇ ਇਹ ਤਾਂ ਹੀ ਸੰਭਵ ਹੈ ਜਦੋਂ ਇਹ ਸਾਰੇ ਲੈਂਬਡਾ 0 ਦੇ ਤੌਰ ਤੇ ਕੁਦਰਤੀ ਤੌਰ ਤੇ PNN ਦੇ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ। ਦੂਜਾ ਸਾਨੂੰ ਇਹ ਦੇਖਣਾ ਹੋਵੇਗਾ ਕਿ ਇਸ PNT ਤੋਂ ਕੋਈ ਵੀ ਪੋਲੀਨੋਮੀਅਲ ਨੂੰ ਅਸੀਂ ਇਹਨਾਂ ਵੈਕਟਰ ਦੀ ਮਦਦ ਨਾਲ ਉਸ ਪੋਲੀਨੋਮੀਅਲ ਨੂੰ ਦਰਸਾ ਸਕਦੇ ਹਾਂ। ਇਸ ਲਈ ਇੱਥੇ ਦੁਬਾਰਾ ਜੇ ਅਸੀਂ ਕੋਈ ਪੋਲੀਨੋਮੀਅਲ ਲੈਂਦੇ ਹਾਂ ਚਲੋ ਇਸ ਨੂੰ a0 a1 t a2 t ਸਕੁਏਅਰ ਜੋ ਕਿ ਇਹ ਜਨਰਲ ਪੋਲੀਨੋਮੀਅਲ ਹੈ ਜੋ ਸਾਡੇ ਕੋਲ ਇਸ ਸਪੇਸ ਵਿੱਚ ਹੈ PNT ਉਹ Tn ਤੋਂ ਘੱਟ ਜਾਂ ਇਕੁਅਲ ਡਿਗਰੀ ਦੇ ਪੋਲੀਨੋਮੀਅਲ ਹਨ। ਇਸ ਲਈ ਅਸੀਂ ਉਦਾਹਰਣ ਲਈ ਇਹ ਜਨਰਲ ਪੋਲੀਨੋਮੀਅਲ ਲਿਆ ਹੈ ਅਤੇ ਇਹਨਾਂ ਦਿੱਤੇ ਗਏ ਪੋਲੀਨੋਮੀਅਲ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਦੇ ਹਾਂ ਤਾਂ ਇਹ 0 ਜਿਸਨੂੰ ਇਸ 1 ਨਾਲ ਗੁਣਾ ਕੀਤਾ ਜਾਵੇ ਅਤੇ ਇਹ 1 ਇਸ t ਨਾਲ ਇਹ 2 ਇਸ t ਸਕੁਏਅਰ ਨਾਲ ਅਤੇ ਇਸ ਤਰ੍ਹਾਂ ਕਿ ਇਹਨਾਂ ਦਾ ਇਹ ਲੀਨੀਅਰ ਕੰਬੀਨੇਸ਼ਨ ਵੈਕਟਰ ਦਿੱਤਾ ਗਿਆ ਹੈ। ਇਸ ਲਈ ਅਸੀਂ ਇਸ ਸੈੱਟ ਦੇ ਕਿਸੇ ਵੀ ਐਲੀਮੈਂਟ ਜਾਂ ਇਸ ਸਪੇਸ ਨੂੰ ਇੱਥੇ PNT ਨੂੰ ਇਹਨਾਂ ਦਿੱਤੇ ਗਏ ਵੈਕਟਰਾਂ ਦੇ ਇੱਕ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਪ੍ਰਸਤੁਤ ਕਰ ਸਕਦੇ ਹਾਂ। ਇਸ ਲਈ ਇਹ ਸੈੱਟ ਦੁਬਾਰਾ PNT ਲਈ ਇੱਕ ਆਧਾਰ ਬਣਾਉਂਦਾ ਹੈ ਜਿਸ ਬਾਰੇ ਅਸੀਂ ਬਾਅਦ ਵਿੱਚ ਹੋਰ ਸਪਸ਼ਟੀਕਰਨ ਲਈ ਵੀ ਆਵਾਂਗੇ ਕਿ ਆਧਾਰ ਯੂਨੀਕ ਨਹੀਂ ਹੈ। ਇਸ ਲਈ ਇਹ ਹੈ ਇੱਕ ਸੈੱਟ ਜੋ ਇੱਕ ਆਧਾਰ ਬਣਾਉਂਦਾ ਹੈ। ਅਸੀਂ ਇਹ ਆਧਾਰ ਲਿਖ ਰਹੇ ਹਾਂ ਇੱਕ ਹੋਰ ਸੈੱਟ ਵੀ ਹੋ ਸਕਦਾ ਹੈ ਜੋ ਆਧਾਰ ਬਣਾ ਸਕਦਾ ਹੈ ਜਿਵੇਂ ਕਿ ਪਹਿਲਾ ਉਦਾਹਰਣ ਦੇ ਉਦਾਹਰਣ ਵਿੱਚ ਜਿਸ ਨਾਲ ਅਸੀਂ ਸ਼ੁਰੂ ਕੀਤਾ ਸੀ ਸਾਡੇ ਕੋਲ ਉਹ 3 ਵੈਕਟਰ ਸਨ ਜੋ ਆਧਾਰ ਬਣਾਉਂਦੇ ਹਨ ਅਤੇ ਉਹ ਮਿਆਰੀ ਆਧਾਰ ਨਹੀਂ ਸਨ। ਇਸ ਲਈ ਅਸੀਂ ਉਦਾਹਰਣ ਲਈ 1 0 0 ਅਤੇ 0 1 1 R3 ਲਈ ਅਤੇ ਇਹ 0 0 1 ਨੂੰ ਵੀ ਚੁਣ ਸਕਦੇ ਹਾਂ ਤਾਂ ਜੋ ਇਹ R3 ਦਾ ਆਧਾਰ ਵੀ ਬਣੇ ਅਤੇ ਉਦਾਹਰਣ ਅਸੀਂ ਵੇਖੀ ਹੈ ਕਿ ਉਹ 1 1 1 ਜੋ ਇੱਕ ਵੈਕਟਰ ਸੀ ਦੂਜਾ 1 ਸੀ 1 0 ਅਤੇ ਤੀਜਾ 1 1 0 0 ਸੀ। ਇਸ ਲਈ ਇਹ ਮਿਆਰੀ ਆਧਾਰ ਨਹੀਂ ਸੀ ਪਰ ਉਹ ਆਧਾਰ ਵੀ ਸਨ। ਇਸ ਲਈ ਆਧਾਰ ਯੂਨੀਕ ਨਹੀਂ ਹਨ। ਸਾਡੇ ਕੋਲ ਇਹ ਵੱਖਰੇ ਸੈੱਟ ਹੋ ਸਕਦੇ ਹਨ। ਮੁੱਖ ਪ੍ਰਾਪਰਟੀਜ਼ ਹਨ ਐਲੀਮੈਂਟ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹੋਣੇ ਚਾਹੀਦੇ ਹਨ ਜੋ ਕਿ ਇੱਕ ਪ੍ਰਾਪਰਟੀ ਹੈ ਅਤੇ ਦੂਜਾ ਇਹ ਹੋਣਾ ਚਾਹੀਦਾ ਹੈ ਕਿ ਉਹ ਪੂਰੀ ਵੈਕਟਰ ਸਪੇਸ ਨੂੰ ਫੈਲਾਉਣੇ ਚਾਹੀਦੇ ਹਨ। ਇਸ ਲਈ ਇੱਥੇ ਅਸੀਂ ਦੇਖਿਆ ਹੈ ਕਿ ਇਹ ਇਸ PNT ਲਈ ਆਧਾਰ ਹਨ ਅਤੇ ਇੱਥੇ ਡਾਇਮੈਂਸ਼ਨ ਇਸ ਆਧਾਰ ਵਿੱਚ ਐਲੀਮੈਂਟਸ ਦੀ ਸੰਖਿਆ ਹੈ ਜੋ ਮੌਜੂਦਾ ਸਮੇਂ ਵਿੱਚ n+1 ਹੈ। ਇਸ ਲਈ ਸਾਡੇ ਕੋਲ ਡਾਇਮੈਂਸ਼ਨ ਹੈ n+1। ਇੱਕ ਹੋਰ ਉਦਾਹਰਣ ਜਿੱਥੇ ਅਸੀਂ ਇੱਥੇ ਆਪਣੀ ਸਮੱਸਿਆ ਨੂੰ ਦੁਬਾਰਾ ਵੇਖਾਂਗੇ ਇਹ ਇੱਕ ਹੋਮੋਜੀਨੀਅਸ ਲੀਨੀਅਰ ਸਿਸਟਮ ਦੀ ਪ੍ਰਣਾਲੀ ਦੇ 0 ਦੇ ਇਕੁਅਲ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਹ
ਹੋਮੋਜੀਨੀਅਸ ਲੀਨੀਅਰ ਸਿਸਟਮ ਦਾ ਸੋਲਿਊਸ਼ਨ ਸੈੱਟ ਵੀ ਇਹ ਵੈਕਟਰ ਸਪੇਸ ਬਣਾਉਂਦਾ ਹੈ। ਇਸ ਲਈ ਇੱਥੇ ਇਹ ਇੱਕ ਸੀ। ਇਸ ਉਦਾਹਰਣ ਦੀ ਅਸੀਂ ਪਹਿਲਾਂ ਹੀ ਇਸੇ ਨਾਲ ਚਰਚਾ ਕਰ ਚੁੱਕੇ ਹਾਂ, ਅਤੇ ਅਸੀਂ ਇਸ ਨੂੰ ਇਸ ਇਕੇਲਨ ਫਾਰਮ ਲੋਡ ਕੀਤੇ ਹੋਏ ਐਸ਼ਲੋਨ ਫੋਰਮ ਤੱਕ ਰਿਡਿਊਸ ਕਰ ਸਕਦੇ ਹਾਂ, ਅਤੇ ਜੋ ਸਾਨੂੰ ਦੱਸਦਾ ਹੈ ਕਿ ਇਹ x1 x2 x3 x4 ਚੁਣ ਕੇ, ਕਿਉਂਕਿ ਅਸੀਂ ਇੱਥੇ ਮੁਫਤ ਵੇਰੀਏਬਲ ਹਨ, ਇਸ ਲਈ ਇਹ ਪਿਵਟ ਹੈ। ਇੱਥੇ ਇੱਕ ਪਿਵਟ ਹੈ, ਪਰ ਇਸ ਕਾਲਮ ਵਿੱਚ ਇੱਥੇ ਇੱਕ ਪਿਵਟ ਨਹੀਂ ਹੈ, ਇਸ ਵਿੱਚ ਇੱਕ ਪਿਵਟ ਵੀ ਨਹੀਂ ਹੈ। ਇਸ ਲਈ ਸਾਨੂੰ ਇਸ x2 ਅਤੇ ਇਸ x5 ਨੂੰ ਮੁਫਤ ਵੇਰੀਏਬਲ ਵਜੋਂ ਚੁਣਨਾ ਪਵੇਗਾ। ਇਹਨਾਂ ਦੋਨਾਂ ਨੂੰ α1 ਅਤੇ α2 ਵਜੋਂ ਚੁਣ ਕੇ ਅਸੀਂ ਬਾਕੀ ਸਾਰੇ x1 x2 ਦੀ ਕੰਪਿਊਟ ਕਰ ਸਕਦੇ ਹਾਂ, x3 ਅਤੇ x4, ਅਤੇ ਜਦੋਂ ਅਸੀਂ ਜੋੜਦੇ ਹਾਂ ਤਾਂ ਸਾਨੂੰ ਇੱਥੇ ਇਹ ਇਕੁਏਸ਼ਨ ਮਿਲ ਜਾਂਦਾ ਹੈ ਕਿ x1 x2 x3 x4 α1 ਟਾਈਮਸ ਇਸ ਮਾਈਨਸ 2 1 0 0 0 ਅਤੇ α2 ਟਾਈਮ ਇਹ ਵੈਕਟਰ ਹੈ। ਇਸ ਲਈ ਅਸੀਂ ਕੀ ਦੇਖਦੇ ਹਾਂ ਕਿ ਇਹਨਾਂ ਦੋ ਵੈਕਟਰਾਂ ਦੀ ਮਦਦ ਨਾਲ ਅਸੀਂ ਇਹ x ਪੂਰਾ ਸੋਲਿਊਸ਼ਨ ਸੈੱਟ ਜਨਰੇਟ ਕਰ ਸਕਦੇ ਹਾਂ 0 ਦੇ ਇਕੁਅਲ ਹੈ, ਕਿਉਂਕਿ ਸਾਨੂੰ ਇੱਥੇ ਇਹਨਾਂ ਅਲਫਾ ਨੰਬਰਾਂ ਨੂੰ ਬਦਲਦੇ ਰਹਿਣ ਦੀ ਲੋੜ ਹੈ, ਅਤੇ ਇੱਥੇ ਕਿਸੇ ਵੀ ਅਲਫਾ ਲਈ ਜੋ ਵੀ ਅਸੀਂ ਚੁਣਦੇ ਹਾਂ ਇਹ x ਦਾ ਹੱਲ 0 ਦੇ ਇਕੁਅਲ ਹੈ। ਇਸ ਲਈ ਇਹ x ਦਾ ਹਰ ਸੰਭਵ ਸੋਲਿਊਸ਼ਨ 0 ਦੇ ਇਕੁਅਲ ਹੈ। ਅਸੀਂ ਇਹਨਾਂ ਦੋ ਵੈਕਟਰਾਂ ਦੀ ਵਰਤੋਂ ਕਰਕੇ ਜਨਰੇਟ ਕਰ ਸਕਦੇ ਹਾਂ, ਅਤੇ ਇਹਨਾਂ ਦੋ ਵੈਕਟਰਾਂ ਨੂੰ ਦੇਖਦੇ ਹੋਏ ਅਸੀਂ ਆਸਾਨੀ ਨਾਲ ਪਛਾਣ ਸਕਦੇ ਹਾਂ ਕਿ ਇਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ, ਜਿਨ੍ਹਾਂ ਨੂੰ ਅਸੀਂ ਰਸਮੀ ਤੌਰ ਤੇ ਇਹ ਵੀ ਸਾਬਤ ਕਰ ਸਕਦੇ ਹਾਂ ਕਿ ਅਸੀਂ ਇਸ ਲੀਨੀਅਰ ਕੰਬੀਨੇਸ਼ਨ ਨਾਲ ਜਾਣਦੇ ਹਾਂ। ਸੁਮੇਲ 2 0 ਸੈੱਟ ਕਰਦਾ ਹੈ, ਅਤੇ ਇਸ ਦਾ ਅਰਥ ਹੋਵੇਗਾ ਕਿ ਉਹ ਗੁਣਾਂਕ ਲੈਂਬਡਾ 1 ਲੈਂਬਡਾ 2 0 ਦੇ ਇਕੁਅਲ ਹਨ। ਇਸ ਲਈ ਇਹ ਦੋ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ, ਅਤੇ ਇਹਨਾਂ ਦੇ ਲੀਨੀਅਰ ਕੰਬੀਨੇਸ਼ਨ ਨਾਲ ਅਸੀਂ ਸੋਲਿਊਸ਼ਨ ਸੈੱਟ ਦਾ ਕੋਈ ਵੀ ਵੈਕਟਰ ਜਨਰੇਟ ਸਕਦੇ ਹਾਂ। ਇਸ ਲਈ ਇਸ ਦਾ ਮਤਲਬ ਹੈ ਕਿ ਇਹ ਦੋ ਵੈਕਟਰ ਇਹ ਆਧਾਰ ਬਣਾਉਂਦੇ ਹਨ, ਕਿਉਂਕਿ ਇਹ ਆਧਾਰ ਦੀ ਪ੍ਰਾਪਰਟੀ ਹੈ। ਅਸੀਂ ਇਹਨਾਂ ਦੋਨਾਂ ਦੀ ਮਦਦ ਨਾਲ ਜਨਰੇਟ ਜਾਂ ਇਹਨਾਂ ਦੋ ਵੈਕਟਰਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਇਸ ਸੋਲਿਊਸ਼ਨ ਸੈੱਟ ਕਿਸੇ ਵੀ ਐਲੀਮੈਂਟ ਨੂੰ ਉਤਪੰਨ ਕਰ ਸਕਦੇ ਹਾਂ, ਅਤੇ ਇਹ ਦੋਵੇਂ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ। ਇਸ ਲਈ ਉਹ ਸੋਲਿਊਸ਼ਨ ਸੈੱਟ ਨੂੰ ਸਪੈਨ ਕਰਦੇ ਹਨ, ਅਤੇ ਇਹ ਦੋਵੇਂ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ, ਅਤੇ ਇਸ ਲਈ ਉਹ ਇੱਕ ਆਧਾਰ ਬਣਾਉਂਦੇ ਹਨ ਤਾਂ ਜੋ ਇਹ ਵੈਕਟਰ ਸੋਲਿਊਸ਼ਨ ਜਨਰੇਟ ਕਰ ਸਕਣ। ਇਹ ਹਨ ਅਤੇ ਇਹ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ, ਇਸ ਲਈ ਇਹ ਵੈਕਟਰ ਨਲ ਸਪੇਸ ਦਾ ਆਧਾਰ ਬਣਾਉਂਦੇ ਹਨ। ਇੱਥੇ ਯਾਦ ਰੱਖੋ, ਇਸ ਲਈ ਅਸੀਂ ਇਸ ਨੂੰ ਸੋਲਿਊਸ਼ਨ ਸੈੱਟ ਕਹਿੰਦੇ ਹਾਂ। ਇਹ ਖਾਸ ਨਾਮ ਸੀ ਜਿਸਨੂੰ ਅਸੀਂ ਨਲ ਸਪੇਸ ਕਹਿੰਦੇ ਹਾਂ। ਇਹ ਵੈਕਟਰ ਸਪੇਸ ਹੈ ਜਿਸਨੂੰ ਨਲ ਸਪੇਸ ਕਿਹਾ ਜਾਂਦਾ ਹੈ। ਇਸ ਲਈ ਇਹ ਵੈਕਟਰ A ਦੀ ਨਲ ਸਪੇਸ ਅਤੇ A ਦੀ ਇਸ ਨਲ ਸਪੇਸ ਦੇ ਡਾਇਮੈਂਸ਼ਨ ਦਾ ਆਧਾਰ ਬਣਾਉਂਦੇ ਹਨ। ਇਸ ਵਿਸ਼ੇਸ਼ ਸਥਿਤੀ ਵਿੱਚ ਇਸ ਦੇ ਦੋ, ਜਿਸਦਾ ਨਾਮ ਦੁਬਾਰਾ A ਹੈ, ਨੂੰ ਨਲਿਟੀ ਕਿਹਾ ਜਾਂਦਾ ਹੈ। ਇਸ ਲਈ ਨਲਿਟੀ ਕੁਝ ਵੀ ਨਹੀਂ ਹੈ, ਪਰ ਜੇਕਰ A ਦੀ ਨਲ ਸਪੇਸ ਦਾ ਡਾਇਮੈਂਸ਼ਨ ਇਹਨਾਂ ਨਿਰੀਖਣਾਂ ਦੇ ਆਧਾਰ ਤੇ ਕੁਝ ਲਾਭਦਾਇਕ ਨਤੀਜੇ ਹਨ ਜੋ ਸਾਡੇ ਕੋਲ ਇਹਨਾਂ ਆਧਾਰਾਂ ਅਤੇ ਡਾਇਮੈਂਸ਼ਨ ਦੇ ਸੰਬੰਧ ਵਿੱਚ ਹਨ। ਇਸ ਲਈ V ਨੂੰ ਇਸ ਸੀਮਤ ਆਯਾਮ n ਦਾ ਇਹ ਵੈਕਟਰ ਸਪੇਸ ਮੰਨੋ ਤਾਂ ਵੈਕਟਰ ਸਪੇਸ ਦਾ ਡਾਇਮੈਂਸ਼ਨ n ਹੈ। V ਵਿੱਚ ਕੋਈ ਵੀ n+1 ਜਾਂ ਇੱਕ ਤੋਂ ਵੱਧ ਵੈਕਟਰ ਲੀਨੀਅਰਲੀ ਤੌਰ ਤੇ ਨਿਰਭਰ ਹਨ। ਇਸ ਲਈ ਇਹ ਹੋਰ ਵਧੀਆ ਨਤੀਜਾ ਹੈ ਜੋ ਅਸੀਂ ਸਾਬਤ ਨਹੀਂ ਕਰਨ ਜਾ ਰਹੇ ਹਾਂ। ਇਹ ਸਾਰੇ ਨਤੀਜੇ ਹਨ, ਪਰ ਕੁਝ ਸਧਾਰਨ ਉਦਾਹਰਣਾਂ ਦੀ ਮਦਦ ਨਾਲ ਕੋਈ ਵੀ ਘੱਟੋ ਘੱਟ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਇਹ ਨਤੀਜੇ ਕਿਵੇਂ ਸਹੀ ਹਨ। ਇਸ ਲਈ ਇੱਥੇ ਸਾਡੀ ਉਦਾਹਰਣ ਵਿੱਚ ਕੋਈ n+1 ਵੀ ਹੈ ਜੋ ਅਸੀਂ ਅੱਜ ਇਸ ਲੈਕਚਰ ਵਿੱਚ ਸ਼ੁਰੂ ਕੀਤਾ ਹੈ। ਸਾਡੇ ਕੋਲ ਉਹ 4 ਵੈਕਟਰ ਸਨ, ਪਰ ਉਹ ਲੀਨੀਅਰਲੀ ਤੌਰ ਤੇ ਨਿਰਭਰ ਸਨ, ਅਤੇ ਇਹ ਇੱਕ ਸਪੈਨਿੰਗ ਸੈੱਟ ਸੀ, ਪਰ ਇਹ ਇੱਕ ਲੀਨੀਅਰਲੀ ਤੌਰ ਤੇ ਨਿਰਭਰ ਸੈੱਟ ਸੀ। ਇਸ ਲਈ ਇਹ ਇੱਕ ਆਧਾਰ ਨਹੀਂ ਸੀ। ਇਸ ਲਈ ਉਹਨਾਂ ਦੇ ਵੈਕਟਰ 4 ਸਨ, ਜਦੋਂ ਕਿ ਅਸੀਂ ਉਹਨਾਂ 3 ਵੈਕਟਰਾਂ ਨੂੰ ਪਹਿਲਾਂ 3 ਵੈਕਟਰਾਂ ਨੂੰ ਲੈਂਦੇ ਹੋਏ ਵੇਖਿਆ ਹੈ ਜੋ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਸੈੱਟ ਬਣਾਉਂਦੇ ਹਨ, ਅਤੇ ਸਪੈਨਿੰਗ ਸੈੱਟ ਵੀ। ਇਸ ਲਈ ਇਹ ਆਧਾਰ ਸੀ। ਇਸ ਲਈ ਆਧਾਰ ਵਿੱਚ ਵੈਕਟਰ R3 ਲਈ 3 ਸਨ, ਅਤੇ ਇਸ ਲਈ ਜੇਕਰ ਇੱਥੇ 4 ਵੈਕਟਰ ਹਨ ਜੋ ਸਪੈਨ R3 ਹਨ, ਉਹ ਇੱਕ ਆਧਾਰ ਨਹੀਂ ਹੋ ਸਕਦੇ, ਕਿਉਂਕਿ R3 ਤੋਂ ਇਹ 4 ਵੈਕਟਰ ਉਹਨਾਂ ਨੂੰ ਇਹ ਲੀਨੀਅਰਲੀ ਤੌਰ ਤੇ ਨਿਰਭਰ ਹੋਣਾ ਚਾਹੀਦਾ ਹੈ। ਇੱਥੇ ਇਹ ਨਤੀਜਾ ਹੈ। ਇਸ ਲਈ ਕੋਈ n+1 ਜਾਂ ਇੱਕ ਤੋਂ ਵੱਧ ਵੈਕਟਰ ਅਸੀਂ ਉਹਨਾਂ ਵਿੱਚ ਲੈਂਦੇ ਹਾਂ ਲੀਨੀਅਰਲੀ ਹੋਣੀ ਚਾਹੀਦੀ ਹੈ, ਉਹ ਲੀਨੀਅਰਲੀ ਤੌਰ ਤੇ ਨਿਰਭਰ ਹੋਣੇ ਚਾਹੀਦੇ ਹਨ। ਇਸ ਲਈ ਇਹ ਵੈਕਟਰ ਸਪੇਸ ਲਈ ਜਿਸਦਾ ਡਾਇਮੈਂਸ਼ਨ n ਹੈ, ਅਸੀਂ n ਤੋਂ
ਵੱਧ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਪ੍ਰਾਪਤ ਨਹੀਂ ਕਰ ਸਕਦੇ। ਉਹ ਲੀਨੀਅਰਲੀ ਤੌਰ ਤੇ ਨਿਰਭਰ ਹੋਣਗੇ ਜੇਕਰ ਅਸੀਂ ਕੋਈ n+1 ਜਾਂ 1 ਤੋਂ ਵੱਧ ਕਿਸੇ ਵੀ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਸੈੱਟ ਲੈਂਦੇ ਹਾਂ। ਜਦੋਂ n ਐਲੀਮੈਂਟਸ ਦੇ ਨਾਲ ਵੀ ਦਾ ਆਧਾਰ ਹੁੰਦਾ ਹੈ ਤਾਂ ਇਹ ਹੋਰ ਵਧੀਆ ਨਤੀਜਾ ਹੁੰਦਾ ਹੈ ਜੋ ਸਾਨੂੰ ਆਧਾਰ ਲਈ ਐਲੀਮੈਂਟ ਨੂੰ ਚੁਣਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਹੈ। ਅਸੀਂ ਕੋਈ ਵੀ n ਐਲੀਮੈਂਟ ਲੈ ਸਕਦੇ ਹਾਂ ਪਰ ਉਹ ਸੈੱਟ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਇਸ ਲਈ ਕੋਈ ਵੀ ਸੈੱਟ ਜਿਸ ਵਿੱਚ n ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹੋਣ ਜੋ ਕਿ ਇੱਕ ਆਧਾਰ ਹੋਵੇਗਾ ਕਿਉਂਕਿ ਆਧਾਰ ਲਈ ਇਹ ਆਪਣੇ ਆਪ ਹੀ ਕਿਸੇ ਵੀ n ਵੈਕਟਰਾਂ ਦੇ ਨਾਲ ਸਪੈਨਿੰਗ ਸੈੱਟ ਹੋਵੇਗਾ ਜੋ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ। ਆਧਾਰ ਅਤੇ ਕੋਈ ਵੀ ਸਪੈਨਿੰਗ ਸੈੱਟ ਹੋਵੇ v1 v2 v3 v n ਨਾਲ n ਐਲੀਮੈਂਟਸ ਦੇ ਤਾਂ ਫਿਰ n ਤੱਤਾਂ ਦੇ ਨਾਲ ਇਹ ਸਪੈਨਿੰਗ ਸੈੱਟ ਦੇ ਰੂਪ ਵਿੱਚ ਦੁਬਾਰਾ ਉਹੀ ਚੀਜ਼ ਤਾਂ ਇਹ ਵੀ ਆਧਾਰ ਹੋਵੇਗੀ। ਇਸ ਲਈ ਜੇਕਰ ਇਹ ਵੈਕਟਰ ਸਪੇਸ ਦਾ ਸੀਮਿਤ ਆਧਾਰ ਹੈ ਤਾਂ ਇਸ ਦੇ ਸਾਰੇ ਆਧਾਰ ਵਿੱਚ ਐਲੀਮੈਂਟਸ ਦੀ ਇੱਕੋ ਸੰਖਿਆ ਹੁੰਦੀ ਹੈ ਜੋ ਕਿ ਇੱਕ ਹੋਰ ਸਹੀ ਨਤੀਜਾ ਹੈ ਕਿ ਜੇਕਰ ਸਾਡੇ ਕੋਲ ਆਧਾਰ ਵਿੱਚ ਐਲੀਮੈਂਟਸ ਦੀ n ਸੰਖਿਆ ਹੈ, ਇਸ ਲਈ ਜੋ ਵੀ ਤੁਹਾਡੇ ਕੋਲ ਆਧਾਰ ਦੇ ਵੱਖਰੇ-ਵੱਖਰੇ ਸੈੱਟ ਹਨ ਪਰ ਉਹਨਾਂ ਕੋਲ ਐਲੀਮੈਂਟਸ ਦੀ ਇੱਕੋ ਜਿਹੀ ਸੰਖਿਆ ਹੋਵੇਗੀ ਕਿਉਂਕਿ ਇਹ n ਹੈ ਉਹ ਡਾਇਮੈਂਸ਼ਨ ਹੈ। ਇਸ ਲਈ ਜੋ ਵੀ ਆਧਾਰ ਅਸੀਂ ਲੈਂਦੇ ਹਾਂ ਉਹ ਡਾਇਮੈਂਸ਼ਨ ਵੈਕਟਰ ਸਪੇਸ ਦਾ n ਹੈ ਤਾਂ ਸੈੱਟ ਵਿੱਚ n ਐਲੀਮੈਂਟ ਹੋਣੇ ਚਾਹੀਦੇ ਹਨ ਅਤੇ ਇਹ ਵੈਕਟਰ ਸਪੇਸ ਦੇ ਕਿਸੇ ਵੀ ਆਧਾਰ ਵਿੱਚ ਐਲੀਮੈਂਟਸ ਦੀ ਸੰਖਿਆ ਨੂੰ ਉਹ ਡਾਇਮੈਂਸ਼ਨ ਕਿਹਾ ਜਾਂਦਾ ਹੈ ਜਿਸ ਬਾਰੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ। ਇਸ ਲਈ ਅਸੀਂ 4 ਵੈਕਟਰਾਂ ਦੀ ਇਹ ਉਦਾਹਰਣ ਲੈਂਦੇ ਹਾਂ ਅਤੇ ਉਹ R4 ਦਾ ਆਧਾਰ ਬਣਾਉਂਦੇ ਹਨ ਅਤੇ ਇਹ R4 ਦਾ ਸੈੱਟ ਬਣਾਉਂਦੇ ਹਨ। ਜਦੋਂ ਕਿ ਉਹ ਨੋਟ ਕਰਦੇ ਹਨ ਕਿ ਦਿੱਤੇ ਗਏ ਵੈਕਟਰ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹੁੰਦੇ ਹਨ ਕਿ ਅਸੀਂ ਆਸਾਨੀ ਨਾਲ ਜਾਂਚ ਕਰ ਸਕਦੇ ਹਾਂ ਕਿ ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ। ਜਦੋਂ ਵੀ ਸਾਡੇ ਕੋਲ ਅਜਿਹਾ ਵਿਸ਼ੇਸ਼ ਸਟਰਕਚਰ ਹੁੰਦਾ ਹੈ ਤਾਂ ਸਾਰੇ 1 ਅਤੇ ਫਿਰ ਇਹ 3 1 2 ਅਤੇ 1 ਹੁੰਦੇ ਹਨ। ਇਸ ਲਈ ਉਹ ਇੱਕ ਆਧਾਰ ਬਣਾਉਂਦੇ ਹਨ ਜਿਸਨੂੰ ਅਸੀਂ ਇਸ R3 ਦੇ ਮਾਮਲੇ ਦੇ ਉਦਾਹਰਣ ਵਜੋਂ ਦੇਖਿਆ ਹੈ। ਇਹ ਆਧਾਰ ਬਣਦਾ ਹੈ ਕਿਉਂਕਿ ਇਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਅਤੇ ਅਸੀਂ ਜਾਣਦੇ ਹਾਂ ਕਿ R4 ਦਾ ਡਾਇਮੈਂਸ਼ਨ 4 ਹੈ। ਇਸ ਲਈ ਸਾਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ ਕਿ ਇਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਅਤੇ ਇਸ ਲਈ ਸੰਖਿਆ ਵਿੱਚ ਕਿਉਂਕਿ R4 ਦਾ ਡਾਇਮੈਂਸ਼ਨ ਵੀ ਅਸੀਂ ਜਾਣਦੇ ਹਾਂ। ਇਸ ਲਈ ਸਾਡੇ ਕੋਲ R4 ਤੋਂ 4 ਲੀਨੀਅਰਲੀ ਤੌਰ ਤੇ ਕੋਈ ਵੀ 4 ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰ ਹਨ। ਨਾ ਸਿਰਫ ਇਹ 4 ਵੈਕਟਰ, ਅਸੀਂ ਕੋਈ ਵੀ 4 ਲੀਨੀਅਰਲੀ ਇੰਡੀਪੈਂਡੈਂਟ ਵੈਕਟਰ ਚੁਣ ਸਕਦੇ ਹਾਂ ਜੋ ਇੱਕ ਆਧਾਰ ਬਣਾਉਣਗੇ ਤਾਂ ਇੱਥੇ ਦਿੱਤੇ ਗਏ ਵੈਕਟਰਾਂ ਤੇ ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਅਤੇ ਫਿਰ ਉੱਥੇ ਇਹ ਇੱਕ ਆਧਾਰ ਹੋਣਾ ਚਾਹੀਦਾ ਹੈ ਕਿਉਂਕਿ ਡਾਇਮੈਂਸ਼ਨ 4 ਹੈ ਅਤੇ ਸਾਡੇ ਕੋਲ ਇਹ 4 ਲੀਨੀਅਰਲੀ ਤੌਰ ਤੇ ਨਿਰਭਰ ਵੈਕਟਰਾਂ ਵਿੱਚ ਹਨ। ਇਸ R3 ਵਿੱਚ ਇਸ 4 ਵੈਕਟਰਾਂ ਨੂੰ ਕੰਸੀਡਰ ਕਰਦੇ ਹਨ। ਇਸ ਲਈ ਜੇਕਰ ਅਸੀਂ ਇਹ ਮੰਨਦੇ ਹਾਂ ਕਿ ਇਹ 4 ਵੈਕਟਰ R3 ਤੋਂ ਹਨ ਅਤੇ ਸਾਨੂੰ R3 ਦਾ ਡਾਇਮੈਂਸ਼ਨ 3 ਪਤਾ ਹੈ, ਇਸ ਲਈ ਜਦੋਂ ਇਹ ਡਾਇਮੈਂਸ਼ਨ 3 ਹੁੰਦਾ ਹੈ ਤਾਂ ਇਹ ਵੈਕਟਰ ਲੀਨੀਅਰਲੀ ਤੌਰ ਤੇ ਨਿਰਭਰ ਹੋਣੇ ਚਾਹੀਦੇ ਹਨ। ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਨਹੀਂ ਹੋ ਸਕਦੇ ਕਿਉਂਕਿ ਜੇਕਰ ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਤਾਂ ਉਹ ਇਹ ਆਧਾਰ ਵੀ ਬਣਾ ਸਕਦੇ ਹਨ। ਜੇਕਰ ਉਹ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਹਨ ਤਾਂ ਉਹ R3 ਨੂੰ ਸਪੈਨ ਕਰਦੇ ਹਨ। ਫਿਰ ਉਹ ਆਧਾਰ ਵੀ ਹੋ ਸਕਦੇ ਹਨ ਪਰ ਆਧਾਰ ਵਿੱਚ ਸਿਰਫ 3 ਐਲੀਮੈਂਟ ਹੋਣਗੇ, 3 ਐਲੀਮੈਂਟਸ ਤੋਂ ਵੱਧ ਨਹੀਂ। ਇਸ ਲਈ ਇੱਥੇ ਸਾਡੇ ਕੋਲ 4 ਐਲੀਮੈਂਟ ਹਨ। ਇਸ ਲਈ ਨਿਸ਼ਚਤ ਤੌਰ ਤੇ ਉਹ ਲੀਨੀਅਰਲੀ ਤੌਰ ਤੇ ਨਿਰਭਰ ਹਨ ਜੋ ਅਸੀਂ R3 ਦੇ ਡਾਇਮੈਂਸ਼ਨ ਤੋਂ ਸਿੱਟਾ ਕੱਢ ਸਕਦੇ ਹਾਂ ਜੋ 3 ਹੈ। ਇਸ ਲਈ ਇਸ ਦਾ ਆਧਾਰ ਨਹੀਂ ਹੋ ਸਕਦਾ। ਇਸ ਦੇ ਸੈੱਟ ਵਿੱਚ 4 ਐਲੀਮੈਂਟ ਨਹੀਂ ਸਕਦੇ। ਠੀਕ ਹੈ ਤਾਂ ਕਨਕਲੂਜਨ ਨਿਕਲਦਾ ਹੈ ਕਿ ਸਾਡੇ ਕੋਲ ਉਹ ਡਾਇਮੈਂਸ਼ਨ ਹੈ ਜੋ ਇੱਕ ਵੈਕਟਰ ਸਪੇਸ V ਵਿੱਚ ਲੀਨੀਅਰਲੀ ਤੌਰ ਤੇ ਇੰਡੀਪੈਂਡੈਂਟ ਵੈਕਟਰਾਂ ਦੀ ਵੱਧ ਤੋਂ ਵੱਧ ਸੰਖਿਆ ਹੈ ਅਤੇ ਲੀਨੀਅਰਲੀ ਇੰਡੀਪੈਂਡੈਂਟ ਵੈਕਟਰਾਂ ਦੇ ਇਹ ਸੈੱਟ ਵਜੋਂ ਆਧਾਰ ਹੈ ਜੋ ਵੈਕਟਰ ਸਪੇਸ ਨੂੰ ਸਪੈਨ ਕਰਦੇ ਹਨ। ਇੱਥੇ ਲੈਕਚਰ ਤਿਆਰ ਕਰਨ ਲਈ ਵਰਤੇ ਗਏ ਰੈਫਰੈਂਸ ਦਿੱਤੇ ਗਏ ਹਨ। ਤੁਹਾਡਾ ਧੰਨਵਾਦ।